ਹੈਲੋ ਸਟੂਡੈਂਟਸ, ਅੱਜ ਅਸੀਂ ਕਰਨਾ ਹੈ ਹੈਟਰੋਟ੍ਰੋਫਿਕ ਨਿਊਟ੍ਰੀਸ਼ਨ। ਹੈਟਰੋਟ੍ਰੋਫਿਕ ਨਿਊਟ੍ਰੀਸ਼ਨ ਇਹਦੇ ਵਿੱਚ ਅਸੀਂ ਉਹ ਵਾਲੇ ਹੈਟਰੋਟ੍ਰੋਫਸ ਬਾਰੇ ਗੱਲ ਕਰਾਂਗੇ ਜਿਹੜੇ ਆਪਣੇ ਖਾਣੇ ਦੇ ਲਈ ਕਿਸੇ ਹੋਰ ਉੱਤੇ ਡਿਪੈਂਡੈਂਟ ਹੁੰਦੇ ਆ। ਜਿਸ ਤਰ੍ਹਾਂ ਇਹ ਅਸੀਂ ਪਹਿਲਾਂ ਵੀ ਪੜ੍ਹ ਲਿਆ, ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹ ਕਿਹਨਾਂ ਉੱਤੇ ਡਿਪੈਂਡ ਹੋਣਗੇ? ਆਟੋਟ੍ਰੋਫਸ ਉੱਤੇ। ਕਹਿੰਦੇ ਹਰ ਇੱਕ ਔਰਗੈਨਿਜ਼ਮ ਜਿਹੜਾ ਵਾ ਉਹਨੇ ਆਪਣੇ ਆਪ ਨੂੰ ਇਨਵਾਇਰਮੈਂਟ ਦੇ ਅਕੋਰਡਿੰਗ ਅਡੈਪਟ ਕੀਤਾ ਹੋਇਆ, ਅਤੇ ਉਹ ਆਪਣਾ ਖਾਣਾ ਜਿਹੜਾ ਨਾ ਉਹ ਅਡੈਪਟੇਸ਼ਨ ਜਿਸ ਤਰ੍ਹਾਂ ਦੀ ਹੋਈ ਆ ਉਹਦੇ ਅਕੋਰਡਿੰਗ ਹੀ ਉਹ ਖਾਂਦਾ। ਜਿਸ ਤਰ੍ਹਾਂ ਲਾਇਨ ਅਤੇ ਡੀਅਰ, ਸ਼ੇਰ ਅਤੇ ਹਿਰਨ ਇੱਕੋ ਜੰਗਲ ਦੇ ਵਿੱਚ ਰਹਿੰਦੇ ਆ, ਪਰ ਵੇਖੋ ਸ਼ੇਰ ਕੀ ਖਾਂਦਾ ਹੈ ਅਤੇ ਹਿਰਨ ਕੀ ਖਾਂਦਾ ਹੈ ਨਾ। ਇਹਨਾਂ ਦਾ ਮਤਲਬ ਕਿ ਉਹਨਾਂ ਦੀ ਅਡੈਪਟੇਸ਼ਨ ਹੋ ਚੁੱਕੀ, ਉਹਨਾਂ ਨੇ ਅਡੈਪਟ ਕੀਤਾ ਇਨਵਾਇਰਮੈਂਟ ਨੂੰ, ਅਤੇ ਉਹਨਾਂ ਦੀਆਂ ਹੈਬਿਟਸ ਜਿਹੜੀਆਂ ਵਾ ਉਹ ਅਲੱਗ ਹੈਗੀਆਂ ਵਾ, ਕਿਉਂਕਿ ਲੈਣੀ ਦੋਨਾਂ ਨੇ ਐਨਰਜੀ ਆ, ਪਰ ਮੋਡ ਆਫ ਨਿਊਟ੍ਰੀਸ਼ਨ ਵੇਖੋ ਉਹਨਾਂ ਦਾ ਅਲੱਗ ਅਲੱਗ ਹੈਗਾ। ਹੁਣ ਕਹਿੰਦੇ ਦਾ ਫੋਰਮ ਆਫ ਨਿਊਟ੍ਰੀਸ਼ਨ ਡਿਫਰ, ਫੋਰਮ ਵੀ ਉਹਨਾਂ ਦੀ ਡਿਫਰ ਕਰ ਜਾਂਦੀ ਆ। ਅਵੇਬਿਲਿਟੀ ਜਿਹੜੀ ਹੈ ਫੂਡ ਮਟੀਰੀਅਲ ਦੀ ਉਹ ਵੀ ਡਿਫਰੈਂਟ ਹੋ ਗਈ ਕਿ ਕੀ ਉੱਥੇ ਪ੍ਰੈਜੈਂਟ ਹੈਗਾ ਜਿਹੜਾ ਉਹ ਉੱਥੇ ਖਾ ਸਕਦੇ ਆ। ਠੀਕ ਹੈ, ਫੋਰ ਐਗਜ਼ਾਮਪਲ ਵੈਦਰ ਦਾ ਫੂਡ ਸੋਰਸ ਸਟੇਸ਼ਨਰੀ, ਜਿਵੇਂ ਗਰਾਸ ਸਟੇਸ਼ਨਰੀ ਹੈ ਨਾ, ਉਹ ਇੱਕ ਥਾਂ ਤੋਂ ਦੂਸਰੀ ਥਾਂ ਨਹੀਂ ਜਾਂਦਾ, ਜਾਂ ਮੋਬਾਈਲ ਸੱਚ ਐਜ਼ ਡੀਅਰ ਵੁੱਡ ਆਲਸੋ ਅਲਾਉ ਫॉर ਡਿਫਰੈਂਸਿਸ ਇਨ ਹਾਊ ਦਾ ਫੂਡ ਇਜ਼ assessed and what is the nutritive apparatus used by the cow and lion, ਹੈ ਨਾ। ਜਿਵੇਂ ਮੈਂ ਤੁਹਾਨੂੰ ਇਹਦੇ ਵਿੱਚ ਐਗਜ਼ਾਮਪਲ ਦੇ ਦਿੱਤੀ ਸੀ ਡੀਅਰ ਦੀ ਅਤੇ ਲਾਇਨ ਦੀ, ਇਹਨਾਂ ਨੇ ਐਗਜ਼ਾਮਪਲ ਦੇ ਦਿੱਤੀ ਹੈ ਕਾਓ ਦੀ ਅਤੇ ਲਾਇਨ ਦੀ। ਕਹਿੰਦੇ ਦੇਰ ਇਜ਼ ਅ ਰੇਂਜ ਆਫ ਸਟ੍ਰੈਟਜੀਜ਼ ਬਾਈ ਵਿਚ ਦਾ ਫੂਡ ਇਜ਼ ਟੇਕਨ ਇਨ ਐਂਡ ਯੂਜ਼ਡ ਬਾਈ ਔਰਗੈਨਿਜ਼ਮ। ਬਹੁਤ ਸਾਰੇ ਸਟ੍ਰੈਟਜੀਜ਼ ਹੁੰਦੀਆਂ। ਸਟ੍ਰੈਟਜੀਜ਼ ਤੁਸੀਂ ਇਹ ਨਾ ਇਹ 'ਚ ਇਹ ਵੇਖ ਸਕਦੇ ਜੀ ਕਿ ਬੜੇ ਸਾਰੇ ਪ੍ਰੋਸੈਸ ਹੁੰਦੇ ਆ ਜਦੋਂ ਇਹਨਾਂ ਨੇ ਖਾਣਾ ਅੰਦਰ ਲੈਣਾ ਜਾਣਾ, ਔਰਗੈਨਿਜ਼ਮ ਨੇ ਯੂਜ਼ ਕਰਨਾ, ਐਨਰਜੀ ਆਉਣੀ, ਉਹ ਕੰਮਾਂ ਲਈ ਅੱਗੋਂ ਯੂਜ਼ ਹੋਣੀ, ਬੜੇ ਸਾਰੇ ਪ੍ਰੋਸੈਸ ਹੁੰਦੇ ਆ। ਸਮ ਔਰਗੈਨਿਜ਼ਮਸ ਬ੍ਰੇਕ ਡਾਊਨ ਦਾ ਫੂਡ ਮਟੀਰੀਅਲ ਆਊਟਸਾਈਡ ਦਾ ਬੋਡੀ ਐਂਡ ਦੈਨ ਐਬਜ਼ੋਰਬ ਇਟ। ਹੁਣ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਛ ਔਰਗੈਨਿਜ਼ਮਸ ਜਿਹੜੇ ਆ ਨਾ ਉਹ ਆਪਣੇ ਖਾਣੇ ਨੂੰ ਬਾਹਰ ਹੀ ਤੋੜ ਲੈਂਦੇ ਆ ਅਤੇ ਕੁਛ ਅੰਦਰ ਤੋੜਦੇ ਆ। ਅੰਦਰ ਜਾ ਕੇ ਤਾਂ ਉਹਨੇ ਵੈਸੇ ਐਬਜ਼ੋਰਬ ਹੋਣਾ ਹੀ ਹੁੰਦਾ। ਜਿਵੇਂ ਸਟਾਰਫਿਸ਼ ਹੈ, ਤੁਹਾਡੇ ਸਿਲੇਬਸ ਦੇ ਵਿੱਚ ਤਾਂ ਨਹੀਂ ਹੈ ਪਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਜਿਹੜੀ ਸਟਾਰਫਿਸ਼ ਹੈ ਨਾ ਉਹ ਉਹਦੇ ਪੇਟ ਦੇ 2 ਹਿੱਸੇ ਹੁੰਦੇ ਆ। ਉਹ ਇੱਕ ਹਿੱਸੇ ਨੂੰ ਆਪਣੀ ਮੂੰਹ ਥਾਣੀ ਬਾਹਰ ਲੈ ਆਉਂਦੀ ਹੈ, ਅਤੇ ਸਾਡੇ ਅੰਦਰ ਡਾਇਜੈਸਟਿਵ ਐਨਜ਼ਾਈਮਸ ਹੁੰਦੇ ਆ ਨਾ, ਉਤਰਾ ਹੀ ਸਟਾਰਫਿਸ਼ ਦੇ ਅੰਦਰ ਵੀ ਹੁੰਦੇ ਆ, ਪਰ ਉਹ ਥੋੜ੍ਹੇ ਅਲੱਗ ਹੁੰਦੇ ਆ। ਉਹ ਡਾਇਜੈਸਟਿਵ ਐਨਜ਼ਾਈਮਸ ਉਹਦੇ ਸ਼ਿਕਾਰ ਉੱਤੇ ਉਸ ਸਟਾਰਫਿਸ਼ ਜਿਹੜੀ ਹੈ ਉਹ ਸੁੱਟ ਦਿੰਦੀ ਹੈ, ਫਿਰ ਉਹਦਾ ਬ੍ਰੇਕ ਡਾਊਨ ਕਰ ਦਿੰਦੇ ਆ। ਫਿਰ ਉਹ ਇੱਕ ਮਤਲਬ ਕੰਪਲੈਕਸ ਤੋਂ ਥੋੜ੍ਹਾ ਜਿਹਾ ਸਿੰਪਲ ਬਣ ਜਾਂਦਾ, ਪਰ ਪੂਰੀ ਤਰ੍ਹਾਂ ਸਿੰਪਲ ਕੰਪਾਊਂਡਸ ਦੇ ਵਿੱਚ ਐਲੀਮੈਂਟਸ ਦੇ ਵਿੱਚ ਨਹੀਂ ਆਉਂਦਾ। ਪਰ ਉਹ ਆਪਣੇ ਫਿਰ ਪੇਟ ਦੇ ਥਾਣੀ ਉਹਨੂੰ ਆਪਣੇ ਪੇਟ ਉਹਨੂੰ ਫੜ ਲੈਂਦਾ ਹੈ ਨਾ, ਫਿਰ ਉਹ ਆਪਣੇ ਮੂੰਹ ਦੇ ਥਾਣੀ ਅੰਦਰ ਲੈ ਜਾਂਦੀ ਹੈ। ਇਹਦਾ ਮਤਲਬ ਉਹਦੀ ਪਾਰਸ਼ੀਅਲ ਡਾਇਜੈਸ਼ਨ ਬਾਹਰ ਹੋ ਗਈ, ਮਤਲਬ ਉਹਨੇ ਆਪਣੇ ਮੂੰਹ ਥਾਣੀ ਆਪਣੇ ਪੇਟ ਨੂੰ ਬਾਹਰ ਲਿਆਂਦਾ ਸੀ ਨਾ, ਅਤੇ ਉਹਨੇ ਹੀ ਤਾਂ ਬ੍ਰੇਕਡਾਊਨ ਸਟਾਰਟ ਕਰਤੀ ਸੀ। ਉਹਨੇ ਕੋਈ ਸਟਾਰਟ ਕਰਤਾ ਕੰਮ, ਪਰ ਕਿੱਥੇ ਕੀਤਾ? ਆਊਟਸਾਈਡ ਦਾ ਬੋਡੀ, ਕਿਉਂਕਿ ਉਹ ਪੇਟ ਨੂੰ ਹੀ ਬਾਹਰ ਲੈ ਕੇ ਆ ਗਈ ਸੀ, ਹੈ ਨਾ। ਅੰਦਰ ਜਾ ਕੇ ਫਿਰ ਉਹ 'ਤੇ ਐਬਜ਼ੋਰਬ ਹੋ ਹੀ ਜਾਣਾ। ਐਗਜ਼ਾਮਪਲਸ ਇਹਦੇ ਵਿੱਚ ਉਹਨਾਂ ਨੇ ਦਿੱਤੀਆਂ ਵਾ ਫੰਜਾਈ, ਬ੍ਰੈਡ ਮੋਲਡ, ਯੀਸਟ, ਮਸ਼ਰੂਮ, ਅਦਰ ਟੇਕ ਇਨ ਹੋਲ ਮਟੀਰੀਅਲ। ਹੁਣ ਉਹਦੇ ਵਿੱਚ ਉਹਨਾਂ ਨੇ ਕੀ ਦਿੱਤੀਆਂ ਵਾ ਕਿ ਕੁਛ ਜਿਹੜੀਆਂ ਫੰਜਾਈ ਹੈਗੀਆਂ ਨਾ ਉਹ ਬ੍ਰੈਡ ਮੋਲਡਸ, ਜਿਵੇਂ ਬ੍ਰੈਡ ਨੂੰ ਲੱਗਦੀਆਂ ਸੀ, ਵੇਖਿਆ ਸੀ ਨਾ ਇਸ ਤਰ੍ਹਾਂ ਦੀ ਹੀ ਲੰਬੀ ਜਿਹੀ ਸੀ ਅਤੇ ਉੱਤੇ ਗੋਲ ਜਿਹਾ ਲੱਗਾ ਸੀ, ਹੈ ਨਾ, ਇਹੋ ਜਿਹੀ ਹੁੰਦੀ ਹੈ ਬ੍ਰੈਡ ਮੋਲਡ ਦਾ ਸਟਰਕਚਰ। ਯੀਸਟ, ਮਸ਼ਰੂਮ, ਇਹ ਸਾਰੇ ਬਾਰੇ ਤੁਹਾਨੂੰ ਪਤਾ ਹੀ ਹੈ। ਇਹ ਕੀ ਹੈਗੇ ਆ? ਇਹ ਸਾਰੇ ਫੰਜਾਈ ਹੈਗੇ ਆ ਜਿਹੜੇ ਕਿ ਇਹਨਾਂ ਉੱਤੇ ਐਕਟ ਕਰਦੀ ਆ ਆਪਣੇ ਖਾਣੇ ਦੇ ਲਈ, ਅਤੇ ਇਹ ਐਬਜ਼ੋਰਬ ਕਰ ਲੈਂਦੀ ਆ ਆਪਣਾ ਖਾਣਾ। ਅਦਰ ਟੇਕ ਇਨ ਹੋਲ ਮਟੀਰੀਅਲ ਐਂਡ ਬ੍ਰੇਕ ਡਾਊਨ, ਬਾਕੀ ਕੀ ਕਰਦੇ ਆ? ਆਪਣਾ ਖਾਣਾ ਜਿਹੜਾ ਹੈ ਉਹ ਅੰਦਰ ਤੋੜਦੇ ਆ, ਫਿਰ ਉਹ ਕੀ ਕਰਦਾ ਹੈ? ਉਹਦੇ ਤੋਂ ਐਨਰਜੀ ਮਿਲਦੀ ਆ ਅਤੇ ਐਬਜ਼ੋਰਬ ਕਰ ਲੈਂਦੇ ਆ। ਅਦਰ ਵਟ ਕੈਨ ਬੀ ਟੇਕਨ ਇਨ ਐਂਡ ਬ੍ਰੋਕਨ ਡਾਊਨ ਡਿਪੈਂਡਸ ਔਨ ਦਾ ਬੋਡੀ ਡਿਜ਼ਾਈਨ ਐਂਡ ਫੰਕਸ਼ਨਿੰਗ। ਹੁਣ ਕੀ ਅੰਦਰ ਜਾਣਾ ਹੈ, ਕੀ ਟੁੱਟਣਾ ਹੈ, ਅਤੇ ਕੀ ਜਿਹੜਾ ਵਾ ਹੋਣਾ ਉਹ ਖਾਣੇ ਦੇ ਨਾਲ, ਉਹ ਸਾਡੀ ਬੋਡੀ ਦੀ ਡਿਜ਼ਾਈਨ 'ਤੇ ਡਿਪੈਂਡ ਕਰਦਾ ਹੈ। ਜਿਵੇਂ ਸੈਲੂਲੋਜ਼ ਆ, ਪੱਠੇ ਖਾਂਦੇ ਨਾ ਸਾਰੇ ਜਿਹੜੇ ਹੁੰਦੇ ਆ ਮੱਝਾਂ ਗਾਵਾਂ ਹੋਣੀ, ਇਨਸਾਨ ਪੱਠੇ ਨਹੀਂ ਖਾ ਸਕਦਾ। ਕਿਉਂ? ਸਾਡੀ ਬੋਡੀ ਦੇ ਵਿੱਚ ਇਹੋ ਜਿਹਾ ਐਨਜ਼ਾਈਮ ਹੀ ਨਹੀਂ ਹੈਗਾ ਜਿਹੜਾ ਸੈਲੂਲੋਜ਼ ਨੂੰ ਪਚਾ ਲੇ। ਕਈ ਲੋਕਾਂ ਦਾ ਸਾਗ ਖਾ ਕੇ ਪੇਟ ਜਿਹੜਾ ਹੈ ਉਹ ਖਰਾਬ ਹੋ ਜਾਂਦਾ। ਕਿਉਂ? ਕਿਉਂਕਿ ਸਾਗ ਜਿਹੜਾ ਹੈ ਉਹਦੇ ਵਿੱਚ ਸੈਲੂਲੋਜ਼ ਬਹੁਤ ਜ਼ਿਆਦਾ ਹੁੰਦਾ ਹੈ, ਅਤੇ ਇਨਸਾਨ ਸੈਲੂਲੋਜ਼ ਨਹੀਂ ਪਚਾ ਸਕਦੇ। some other organisms derive nutrition from plants or animals without killing them। ਉਹਨੂੰ ਕਿਲ ਕੀਤੇ ਬਗੈਰ ਹੀ ਉਹ ਖਾ ਜਾਂਦੇ ਆ। ਬੜੇ ਸਾਰੇ ਇਹੋ ਜਿਹੇ ਹੈਗੇ ਆ ਔਰਗੈਨਿਜ਼ਮਸ। ਦਿਸ ਪੈਰਾਸਿਟਿਕ ਨਿਊਟ੍ਰੀਟਿਵ ਸਟ੍ਰੈਟਜੀ ਇਜ਼ ਯੂਜ਼ਡ ਬਾਈ ਅ ਵਾਈਡ ਵੈਰਾਈਟੀ ਆਫ ਔਰਗੈਨਿਜ਼ਮਸ ਲਾਈਕ ਕਸਕਟਾ, ਟਿਕਸ, ਲਾਈਸ।
ਇਹ ਤਾਂ ਤੁਸੀਂ ਆਮ ਹੀ ਵੇਖੀ ਹੋਊਗੀ ਕਿ ਕਿਸੇ ਨੂੰ ਮਾਰੇ ਬਗੈਰ ਹੀ ਉਹਦੇ ਤੋਂ ਖਾਣਾ ਹਾਸਿਲ ਕਰ ਲੈਣਾ, ਕਿ ਲੀਚ ਹੈ ਨਾ, ਲੀਚ ਟੇਪਵਰਮ ਜਿਹੜਾ ਪੇਟ ਦੇ ਅੰਦਰ ਕੀੜੇ ਹੁੰਦੇ ਨਾ, ਇਹ ਬੜਾ ਲੰਬਾ ਕੀੜਾ ਹੁੰਦਾ, ਇਹ ਫੋਲਡ ਹੋ ਕੇ ਅੰਦਰ 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 ਪਿਆ ਹੁੰਦਾ। ਇਹਨਾਂ ਸਾਰੇ ਦਾ ਪੈਰਾਸਿਟਿਕ ਨਿਊਟ੍ਰੀਸ਼ਨ ਹੈ। ਪੈਰਾਸਿਟਿਕ ਨਿਊਟ੍ਰੀਸ਼ਨ ਦਾ ਮਤਲਬ ਕੀ ਹੁੰਦਾ ਹੈ, ਹੋਸਟ ਉੱਤੇ ਰਹਿਣਾ ਹੈ, ਇਹਦੇ ਵਿੱਚ ਇੱਕ ਨੂੰ ਫਾਇਦਾ ਹੋ ਰਿਹਾ ਹੈ ਅਤੇ ਇੱਕ ਨੂੰ ਨੁਕਸਾਨ। ਜਿਵੇਂ ਅਸੀਂ ਲਾਈਸ ਦੀ ਗੱਲ ਕਰ ਲੈਂਦੇ ਹਾਂ, ਜੂਆਂ ਦੀ ਗੱਲ ਕਰ ਲੈਂਦੇ ਹਾਂ, ਜੂਆਂ ਨੂੰ ਕੀ ਹੋਣ ਡਿਆ, ਫਾਇਦਾ ਹੋਣ ਡਿਆ ਹੋਸਟ ਕੀ ਗਾ ਇਹਦਾ, ਇਨਸਾਨ ਹੈ ਨਾ, ਇਨਸਾਨਾਂ ਨੂੰ ਨੁਕਸਾਨ ਹੁੰਦਾ ਪਿਆ, ਇਹਨੂੰ ਆਪਣਾ ਖਾਣਾ ਮਿਲਦਾ ਪਿਆ ਹੋਸਟ ਨੂੰ ਮਾਰੇ ਬਗੈਰ, ਪਰ ਹੋਸਟ ਦਾ ਨੁਕਸਾਨ ਹੋ ਰਿਹਾ ਕਿਉਂਕਿ ਜੂ ਉਹਦਾ ਖੂਨ ਪੀ ਜਾ ਰਹੀ ਹੈ। ਹੁਣ ਇਹ ਪੈਰਾਸਿਟਿਕ ਨਿਊਟ੍ਰੀਟਿਵ ਸਟ੍ਰੈਟਜੀ ਹੈਗੀ ਆ ਉਹਦੀ, ਕਿ ਉਹਨੂੰ ਮਾਰੇ ਬਗੈਰ ਹੀ ਉਹਦੇ ਤੋਂ ਆਪਣਾ ਖਾਣਾ ਜਿਹੜਾ ਹਾਸਿਲ ਕਰੀ ਜਾਣਾ। ਹੁਣ ਅੱਗੋਂ ਹੈਗਾ ਹਾਊ ਡੂ ਔਰਗੈਨਿਜ਼ਮਸ ਓਬਟੇਨ ਦੇਅਰ ਨਿਊਟ੍ਰੀਸ਼ਨ। ਇਹਦੇ ਵਿੱਚ ਅਸੀਂ ਗੱਲ ਕਰਾਂਗੇ ਅਮੀਬਾ ਦੀ। ਅਮੀਬਾ ਇੱਕ ਯੂਨੀਸੈਲੂਲਰ ਔਰਗੈਨਿਜ਼ਮ ਹੈ। ਇਹ ਤੁਹਾਨੂੰ ਆਮ ਅੱਖਾਂ ਦੇ ਨਾਲ ਨਹੀਂ ਦਿਖੇਗਾ, ਇਹਨੂੰ ਵੇਖਣ ਦੇ ਲਈ ਮਾਈਕਰੋਸਕੋਪ ਜਿਹੜਾ ਦੇਖਣਾ ਪੈਣਾ। ਸਕੂਲਸ ਦੇ ਵਿੱਚ ਆਮ ਹੀ ਇਹਦੀ ਪਰਮਾਨੈਂਟ ਸਲਾਈਡ ਜਿਹੜੀ ਆ ਬੱਚਿਆਂ ਨੂੰ ਵਿਖਾਈ ਜਾਂਦੀ, ਤੁਸੀਂ ਵੀ ਸ਼ਾਇਦ ਵੇਖੋਗੇ। ਸਿੰਸ ਦਾ ਫੂਡ ਐਂਡ ਦਾ ਵੇ ਇਟ ਇਜ਼ ਓਬਟੇਨ ਡਿਫਰ, ਕਹਿੰਦੇ ਹਰ ਇੱਕ ਦਾ ਡਿਫਰ ਹੀ। ਕਈ ਅਸੀਂ ਵੇਖਿਆ ਨਾ, ਕਈ ਆਪਣਾ ਪੇਟ ਬਾਹਰ ਲਿਆਉਂਦੇ ਆ, ਕਈਆਂ ਦਾ ਪੈਰਾਸਿਟਿਕ ਨਿਊਟ੍ਰੀਸ਼ਨ ਮੋਡ ਹੈ, ਕਈ ਸਾਰੇ ਦਾ ਸਾਰਾ ਖਾਣਾ ਜਿਹੜਾ ਅੰਦਰ ਲੈ ਜਾਂਦੇ। ਜਿਵੇਂ ਤੁਸੀਂ ਵੇਖਿਆ ਹੋਊਗਾ ਸੱਪ, ਸਾਰੇ ਦਾ ਸਾਰਾ ਖਾਣਾ ਨਿਗਲ ਜਾਂਦਾ ਅੰਦਰ, ਆਪਣਾ ਉਹਨੇ ਸ਼ਿਕਾਰ ਅੰਦਰ ਲਿਆ, ਉਹ ਅੰਦਰ ਜਾ ਕੇ ਕਈ ਦਿਨਾਂ ਤੱਕ ਉਹਦੀ ਬ੍ਰੇਕ ਡਾਊਨ ਹੋਈ ਜਾਣਾ ਉਹਦਾ, ਹੈ ਨਾ, ਫਿਰ ਉਹਦੇ ਤੋਂ ਖਾਣਾ ਐਨਰਜੀ ਜਿਹੜੀ ਆ ਉਹਦੇ ਤੋਂ ਆਏਗੀ ਬਾਅਦ ਵਿੱਚ, ਫਿਰ ਉਹਨੇ ਐਬਜ਼ੌਰਬ ਕਰ ਲੈਣਾ। ਇਹਦਾ ਮਤਲਬ ਸਾਰਿਆਂ ਦਾ ਮੋਡ ਆਫ ਜਿਹੜਾ ਹੈਗਾ ਨਾ ਨਿਊਟ੍ਰੀਸ਼ਨ, ਉਹ ਅਲੱਗ ਹੁੰਦਾ ਹੈ। ਦ ਡਾਈਜੈਸਟਿਵ ਸਿਸਟਮ ਇਜ਼ ਡਿਫਰੈਂਟ ਇਨ ਵੇਰੀਅਸ ਔਰਗੈਨਿਜ਼ਮਸ। ਕਈਆਂ ਦੇ ਜ਼ਿਆਦਾਤਰ ਡਾਈਜੈਸਟਿਵ ਸਿਸਟਮ ਜਿਹੜਾ ਨਾ ਉਹ ਡਿਫਰੈਂਟ ਹੀ ਹੈਗਾ ਵਾ, ਕਿਉਂਕਿ ਯੂਨੀਸੈਲੂਲਰ ਮਲਟੀਸੈਲੂਲਰ ਤੱਕ ਆਉਂਦੇ ਬੜੀਆਂ ਸਾਰੀਆਂ ਚੇਂਜਿਸ ਜਿਹੜੀਆਂ ਆਉਂਦੀਆਂ। ਇਨ ਸਿੰਗਲ ਸੈਲਡ ਔਰਗੈਨਿਜ਼ਮਸ ਦਾ ਫੂਡ ਮੇ ਬੀ ਟੇਕਨ ਬਾਈ ਦਾ ਐਂਟਾਇਰ ਸਰਫੇਸ। ਸਿੰਗਲ ਸੈਲਡ ਇੱਥੇ ਉਹਨਾਂ ਨੇ ਅਮੀਬਾ ਦੀ ਗੱਲ ਕੀਤੀ ਹੈ। ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ, ਸਿੰਗਲ ਸੈਲ 'ਚ ਵੈਸੇ ਬਹੁਤ ਸਾਰਾ ਹੁੰਦੇ ਆ। ਖਾਣਾ ਜਿਹੜਾ ਉਹ ਸਾਰੇ ਦੇ ਸਾਰੇ ਸਰਫੇਸ 'ਤੇ ਲਿਆ ਜਾਂਦਾ। ਹੁਣ ਨਾ ਇਹਨਾਂ ਦਾ ਪੇਟ ਆ, ਨਾ ਇਹਨਾਂ ਦੀ ਸਮੌਲ ਇੰਟੈਸਟਾਈਨ, ਕੋਈ ਵੀ ਇਹਨਾਂ ਦਾ ਔਰਗਨ ਨਹੀਂ ਹੈਗਾ, ਕਿਉਂਕਿ ਇਹ ਇੱਕ ਸੈੱਲ ਹੈਗਾ। ਸੈੱਲ ਦੇ ਵਿੱਚ ਇੰਨੀ ਥਾਂ ਨਹੀਂ ਹੁੰਦੀ ਜਿਹਨੂੰ ਤੁਸੀਂ ਵੇਖ ਨਹੀਂ ਸਕਦੇ, ਉਹਦੇ ਵਿੱਚ ਇਹੋ ਜਿਹੇ ਔਰਗੈਨਿਜ਼ਮਸ ਕਿੱਥੋਂ ਆਉਣਗੇ। ਹੁਣ ਇਹ ਇੱਕ ਤਰ੍ਹਾਂ ਦਾ ਸੈੱਲ ਹੈ, ਇਹਦੇ ਵਿੱਚ ਆ ਸਾਈਟੋਪਲਾਜ਼ਮ ਹੈ, ਇਹਦਾ ਨਿਊਕਲੀਅਸ ਹੈ। ਜਿਵੇਂ ਬ੍ਰੇਨ ਹੈ ਨਾ ਮਲਟੀ ਸੈਲੂਲਰ ਔਰਗੈਨਿਜ਼ਮਸ ਦਾ, ਇਹ ਨਿਊਕਲੀਅਸ ਹੈ, ਇਹਨੂੰ ਕੰਟਰੋਲ ਕਰੇਗਾ ਸਾਰਾ ਕੁਝ। ਇਹ ਬਾਹਰ ਪਿਆ ਖਾਣਾ, ਇਹ ਖਾਣਾ ਜਿਹੜਾ ਨਾ ਇਹਦਾ ਕੋਈ ਮੂੰਹ ਨਹੀਂ ਖੁੱਲ੍ਹਣਾ, ਇਹ ਪੂਰੇ ਦੇ ਪੂਰੇ ਸਰਫੇਸ ਦੇ ਵਿੱਚ ਆ ਜਿਹੜੇ ਹੈਗੇ ਨਾ ਸਿਊਡੋਪੋਡੀਆ ਕਹਿੰਦੇ ਇਹਨਾਂ ਨੂੰ। ਸਿਊਡੋਪੋਡੀਆ ਮਤਲਬ ਫਾਲਸ ਫੁੱਟ, ਅਸਲੀ 'ਚ ਇਹਦੇ ਪੈਰ ਨਹੀਂ ਹੁੰਦੇ ਪਰ ਪੈਰਾਂ ਵਾਂਗੂ ਕੰਮ ਕਰਦੇ ਆ। ਸਿਊਡੋਪੋਡੀਆ ਨਾਲ ਇਹਦਾ ਦੀ ਹਿਲ ਜੁਲ ਦੇ ਨਾਲ ਇਹ ਅੱਗੇ ਜਾਂਦੇ ਆ, ਜਦੋਂ ਇਹਨਾਂ ਨੇ ਕੋਈ ਕੰਮ ਕਰਨਾ ਹੁੰਦਾ ਇਹਨਾਂ ਦੀ ਹੀ ਇਹ ਮਦਦ ਲੈਂਦੇ ਆ। ਕੀ ਹੋਣਾ ਇਹਦੇ ਵਿੱਚ, ਹੁਣ ਇਹ ਪੜ੍ਹਦੇ ਆ, ਇੰਟਾਇਰ ਸਰਫੇਸ ਨੇ ਇਹਦੇ ਖਾਣਾ ਲੈਣਾ, ਮਤਲਬ ਇਹ ਮੈਂ ਤੁਹਾਨੂੰ ਕਿਹਾ ਨਾ ਫਾਲਸ ਫੁੱਟ। ਹੁਣ ਇਹਨਾਂ ਨੇ ਇਹੋ ਜਿਹੀ ਯੂ ਸ਼ੇਪ ਲੈ ਲੈਣੀ ਇਹਦੇ ਆਲੇ ਦੁਆਲੇ, ਜਦੋਂ ਇਹਦੇ ਆਲੇ ਦੁਆਲੇ ਲਿੱਤਾ, ਇਹਨੂੰ ਘੇਰਾ ਪਾ ਲਿਆ ਆਪਣੇ ਖਾਣੇ ਨੂੰ, ਇਹ ਖਾਣਾ ਅੰਦਰ ਆ ਗਿਆ, ਆਹ ਸਰਫੇਸ ਜਿਹੜਾ ਇਹਦਾ ਅੱਗੇ ਚੱਲ ਜਾਣਾ ਹੈ। ਇਹਦੇ ਨਾਲ ਕੀ ਹੋਊਗਾ, ਖਾਣਾ ਉਹਦੇ ਸਰੀਰ ਦੇ ਅੰਦਰ ਆ ਗਿਆ, ਜਿਵੇਂ ਇਹਨਾਂ ਨੇ ਆ ਘੇਰਾ ਜਿਹਾ ਪਾ ਲਿਆ ਨੂੰ ਅੰਦਰ ਆ ਗਿਆ। ਬਟ ਐਜ਼ ਦਾ ਕੰਪਲੈਕਸਿਟੀ ਆਫ ਦਾ ਔਰਗੈਨਿਜ਼ਮ ਇੰਕਰੀਜ਼ਿਸ ਡਿਫਰੈਂਟ, ਹੁਣ ਕੰਪਲੈਕਸਿਟੀ ਇੰਕਰੀਜ਼ ਕੀਤੀ। ਇਹ ਹੈਗਾ ਏ ਯੂਨੀਸੈਲੂਲਰ। ਹੁਣ ਅਸੀਂ ਗੱਲ ਲੈ ਲੈਂਦੇ ਹਾਂ ਕਿ ਮਲਟੀ ਸੈਲੂਲਰ ਹਿਊਮਨ ਬੀਂਗਸ ਦੀ ਲੈ ਲੈਂਦੇ ਹਾਂ। ਉਹਦੇ ਵਿੱਚ ਇੱਕ ਪ੍ਰੋਪਰ ਪੇਟ ਹੈ, ਮੂੰਹ ਹੈ, ਈਸੋਫੇਗਸ ਹੈਗਾ, ਕਿੰਨੇ ਸਾਰੇ ਔਰਗਨਸ ਹੈਗੇ ਆ, ਹੈ ਨਾ। ਇਹ ਵਿਚਾਰੇ ਕੋਲ ਕੁਛ ਵੀ ਨਹੀਂ ਹੈਗਾ, ਹੈ ਨਾ, ਜਿਨ੍ਹਾਂ ਦਾ ਪ੍ਰੋਪਰ ਫੰਕਸ਼ਨ ਹੈਗਾ ਡਿਫਰੈਂਟ ਫੰਕਸ਼ਨ ਹੈਗੇ। ਹੁਣ ਉਹਨਾਂ ਨੇ ਅਮੀਬਾ ਦੀ ਲਿੱਤੀ ਹੈ ਟੈਂਪਰਰੀ ਫਿੰਗਰ ਲਾਈਕ ਐਕਸਟੈਂਸ਼ਨਸ ਜਿਹੜੀਆਂ ਕਹਿੰਦੇ ਹੈਗੀਆਂ ਇਹਦੇ 'ਤੇ, ਜਿਨ੍ਹਾਂ ਨੂੰ ਸਿਊਡੋਪੋਡੀਆ ਕਿਹਾ ਹੈ, ਫਾਲਸ ਫੁੱਟ ਕਹਿੰਦੇ ਇਹਨਾਂ ਨੂੰ ਵੈਸੇ। ਅਤੇ ਵਿਚ ਫਿਊਜ਼ ਓਵਰ ਦਾ ਫੂਡ ਪਾਰਟੀਕਲ, ਉਹੀ ਇਹਨਾਂ ਨੇ ਫਿਊਜ਼ ਕੀਤਾ, ਜਿਵੇਂ ਇਹਨਾਂ ਨੇ ਘੇਰਾ ਜਿਹਾ ਪਾ ਲਿਆ ਸੀ। ਉਹਦੇ ਨਾਲ ਕੀ ਹੈ, ਜਦੋਂ ਖਾਣਾ ਅੰਦਰ ਗਿਆ ਨਾ, ਉਹਦੇ ਆਸੇ ਪਾਸੇ ਇੱਕ ਨਾ ਵੈਕਿਊਲ ਬਣ ਜਾਣੀ ਆ, ਉਹਦੇ ਅੰਦਰ ਕੀ ਹੋਏਗਾ, ਖਾਣਾ। ਹੁਣ ਇਨਸਾਈਡ ਦਾ ਫੂਡ ਵੈਕਿਊਲ ਕੰਪਲੈਕਸ ਸਬਸਟੈਂਸਿਸ ਆਰ ਬ੍ਰੋਕਨ ਡਾਊਨ ਇਨਟੂ ਸਿੰਪਲਰ। ਹੁਣ ਜਿਵੇਂ ਪੇਟ ਦੇ ਵਿੱਚ ਕੀ ਸਾਰਾ ਖਾਣਾ ਜਿਹੜਾ ਉਹਦਾ ਕੰਮ ਹੁੰਦਾ ਹੈ, ਅਤੇ ਨਾਲ ਸਮੌਲ ਇੰਟੈਸਟਾਈਨ ਦੇ ਵਿੱਚ ਕੰਮ ਹੁੰਦਾ ਹੈ, ਇਹਦੇ ਫੂਡ ਵੈਕਿਊਲ ਦੇ ਵਿੱਚ ਕੰਮ ਹੋਏਗਾ। ਹੁਣ ਇਹਨੂੰ ਵਿਚਾਰੇ ਨੂੰ ਆ ਵੀ ਖਾਣਾ ਜਿਹੜਾ ਹੈ ਉਹ ਕੰਪਲੈਕਸ ਲੱਗਦਾ ਪਿਆ। ਫੂਡ ਵੈਕਿਊਲ ਦੇ ਅੰਦਰ ਖਾਣਾ ਟੁੱਟੇਗਾ ਕੰਪਲੈਕਸ ਫਾਰਮ ਤੋਂ ਸਿੰਪਲਰ ਫਾਰਮ ਦੇ ਵਿੱਚ। ਫਿਰ ਆਹ ਜਿਹੜੀ ਚੀਜ਼ ਵਿਖਦੀ ਪਈ ਆ ਫਲੂਇਡ ਲਾਈਕ ਸਬਸਟੈਂਸ, ਇਹਨੂੰ ਹੀ ਕਹਿੰਦੇ ਆ ਸਾਈਟੋਪਲਾਜ਼ਮ। ਇਹ ਇੱਕ ਜੈਲੀ ਟਾਈਪ ਫਲੂਇਡ ਹੁੰਦਾ, ਇਹਨੂੰ ਸਾਈਟੋਪਲਾਜ਼ਮ ਕਹਿੰਦੇ ਆ। ਸਾਰਾ ਜਿਹੜਾ ਸਿੰਪਲਰ ਸਬਸਟੈਂਸਿਸ ਹੈਗੇ ਉਹ ਡਿਫਿਊਜ਼ ਕਰ ਜਾਣਗੇ ਸਾਈਟੋਪਲਾਜ਼ਮ ਦੇ ਵਿੱਚ। ਇਹਦਾ ਮਤਲਬ ਇਹ ਜਿਹੜਾ એનર્ਜੀ ਮਿਲਣੀ ਆ ਉਹ ਸਾਈਟੋਪਲਾਜ਼ਮ ਦੇ ਵਿੱਚ ਚਲ ਗਈ। ਹੁਣ ਜਿਹੜੀ ਰਿਮੇਨਿੰਗ ਅਨਡਾਈਜੈਸਟਿਡ ਮਟੀਰੀਅਲ ਹੈਗਾ, ਜਿਹੜਾ ਡਾਈਜੈਸਟ ਨਹੀਂ ਹੋਇਆ, ਉਹਨੂੰ ਹੁਣ ਇਹਦੇ ਥਾਂ ਬਾਹਰ ਵੀ ਕੱਢਣਾ ਹੈ ਨਾ। ਅਤੇ ਉਹ ਕਿਸ ਤਰ੍ਹਾਂ ਨਿਕਲੂਗਾ, ਇੱਥੋਂ ਇਹ ਜਿਹੜੀ ਵੈਕਿਊਲ ਜਿਹੜੀ ਹੈ ਉਹ ਇੱਧਰੋਂ ਦੀ ਹੁੰਦੀ ਹੋਏ ਬਾਹਰ ਚਲ ਜਾਏਗੀ ਪਿੱਛੇ। ਜਿਵੇਂ ਇਹਨੇ ਇਸ ਤਰ੍ਹਾਂ ਘੇਰਾ ਪਾ ਕੇ ਕੱਢਿਆ ਨਾ, ਸਮਝ ਲਓ ਕਿ ਇਹਨੇ ਪਹਿਲਾਂ ਇਸ ਤਰ੍ਹਾਂ ਹੋਣਾ,
फिर इन्हें इस तरह होना, फिर वो जो वेस्ट मटीरियल है इस तरह बाहर चल जाएगा। ठीक है, हुण उन्होंने कहा है कि इन पैरामीशियम विच इज़ ऑलसो यूनीसैलूलर। पैरामीशियम तुसीं वेख्या होगा एक लंबा जिहा, तुहानूं बनाई दिंदी मैं, आ पैरामीशियम इस तरह की शेप होंदी है इहदी, आ सीलियाज होंदे आ, छोटे 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 थ्रेड लाइक स्ट्रक्चर पूरी बॉडी ते होंदे आ, पूरी बॉडी उत्ते। ठीक है, ये सीलिया जिहड़े आ इहदे नाल ही चलदा फिरदा अगे अगे। न्यूक्लियस होंदा है, होर भी बड़ी सारी ऑर्गेनलीज इहदे विच हुंदियां। ਉਹਦੇ ਵਿੱਚ भी कहते फूड इज़ टेकन इन एट स्पैसीफिक स्पॉट। स्पैसीफिक स्पॉट मतलब एक स्पैसीफिक थां होंदी है, ਉਹਦੇ ਥਾਣੀ ਜਿਹੜਾ ਵਾ ਉਹ ਖਾਣਾ ਜਿਹੜਾ ਹੈ ਉਹ ਲਿਆ ਜਾਂਦਾ ਹੈ। फूड इज़ मूवड बाय द स्पोर्ट टू द मैं तुहानूं कहना सीलिया होंदे आ है ना, उन्हां दे नाल ही मूवमेंट होंदी है। हुण एक स्पोर्ट थानी जो खाना लिया, खाने ने थल्ले भी आना है, सीलिया मूवमेंट करनगे उत्ते थल्ले उत्ते थल्ले उत्ते थल्ले, वो खाना उत्तों दी थल्ले आएगा। तो जिहड़ा खाना है वो जिवें ते फूड वैक्यूल थानी आया, डाइजैसट होया, बाहर चल गया, जिथे जिथे भी फूड वैक्यूल ने जाना होएगा ना, वो सीलिया जिहड़े आ मूवमेंट करके उन्होंने पूरी बॉडी दे विच उत्थे लैके जाएंगे। ठीक है, हुण न्यूट्रीशन इन ह्यूमन बींग्स असीं नैक्सट वीडियो दे विच करांगे। ये थोड़ी कॉम्पलैक्स फॉर्म है, ये जल्दी समझ आ जाएगी क्योंकि ये सानूं पता है, क्योंकि ये खुद भी ह्यूमन बींग्स है, इनू करन च मज़ा भी आता है।